15 ਸਾਲਾਂ ਤੋਂ ਆਪਣਾ ਰੋਲਾ ਪਾ ਜਾਂਦੇ ਜੀ ਮੈਂ ਬੜੀ ਸੇਵਾ ਕਰ ਰਿਹਾ ਲੇਕਿਨ ਮੈਨੂੰ ਲੱਗਦਾ 15 ਸਾਲ ਦੀ ਸੇਵਾ ਕੀਤੀ ਹੁੰਦੀ ਤੇ ਅੱਜ ਉਹਨਾਂ ਨੂੰ ਬਜਰ ਕਰਾਤਾ ਨਹੀਂ ਕਰਨੀਆਂ ਹੁਣ ਜ਼ਰੂਰਤ ਨਹੀਂ ਸੀ ਉਸ ਦੀ ਲੇਕਿਨ ਫਿਰ ਵੀ ਉਹ ਉਸ ਚੀਜ਼ਾਂ ਨੂੰ ਵਰਤੋਂ ਕਰਦੇ ਪਏ ਨੇ। ਅਸੀਂ ਜਦੋਂ ਘਰਾਂ ਕਰੀ ਜਾਂਦੇ ਹਾਂ ਅੱਜ ਜਦੋਂ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਪਏ ਹਾਂ ਕਈ ਲੋਕ ਇਹੋ ਜਿਹੇ ਆ ਕਿਉਂਕਿ ਮਜਬੂਰ ਨੇ ਹੋ ਲੋਕ ਕੀ ਕਹਿੰਦੇ ਆ ਬੀਬੀ ਜੀ ਉਹਨਾਂ ਨੇ ਤਾਂ ਆ ਦਿੱਤਾ ਸੀ ਤੁਸੀਂ ਕੀ ਦੋਗੇ। ਮਨਜਿੰਦਰ ਸਿੰਘ ਸਿਰਸਾ ਬਾਰੇ ਕੀ ਰਾਏ ਹੈ? ਪਹਿਲਾ ਪ੍ਰਧਾਨ ਦੇਖਣ ਨੂੰ ਮਿਲ ਰਿਹਾ ਕਿ ਜਿਹਦੇ ਖਿਲਾਫ ਲੁੱਕ-ਆਊਟ ਨੋਟਿਸ ਜਾਰੀ ਹੋ ਗਿਆ ਵੇ। ਕੋਰਟ ਨੇ ਵੀ ਮੰਨ ਲਿਆ ਕਿ ਭ੍ਰਿਸ਼ਟਾਚਾਰ ਹੋਇਆ ਦਿੱਲੀ ਕਮੇਟੀ ਦੇ ਵਿੱਚ। ਇਹ ਮਨਜਿੰਦਰ ਸਿੰਘ ਸਿਰਸਾ ਤੇ 3-3 4-4 FRIਆਂ ਹੋ ਜਾਂਦੀਆਂ ਨੇ ਉਹਦੇ ਬਾਅਦ ਉਹਨਾਂ ਨੂੰ ਕੋਰਟ ਵੱਲੋਂ ਮੈਂ ਕਿ ਉਹਨਾਂ ਦਾ ਪਾਸਪੋਰਟ ਜ਼ਬਤ ਕਰ ਲਿੱਤਾ ਜਾਂਦਾ ਲੇਕਿਨ ਉਹਦੇ ਬਾਅਦ ਵੀ ਪਤਾ ਨਹੀਂ ਕਿਸ ਬੇਸ਼ਰਮੀ ਦੀ ਹੱਦ ਕਵਾਂਗੀ ਉਹਨਾਂ ਦੀ ਕਿ ਹਜੇ ਤੱਕ ਉਹ ਮੈਂ ਕਿ ਇਸ ਫੈਸਲੇ ਨੂੰ ਨਹੀਂ ਲੈ ਪਾਏ ਕਿ ਮੈਂ ਵੀ ਇਸਤੀਫਾ ਦੇ ਕੇ ਬਾਹਰ ਆਵਾਂ। 22 ਅਗਸਤ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ। ਲਗਾਤਾਰ ਅਸੀਂ ਸੰਗਤ ਦੇ ਵਿੱਚ ਦੇਖ ਰਹੇ ਹਾਂ ਰੁਝਾਨ ਇਸ ਨੂੰ ਲੈ ਕੇ ਕਿਉਂਕਿ ਜੋ ਅੱਜ ਦਿੱਲੀ ਕਮੇਟੀ ਦਾ ਹਾਲ ਹੈ ਦਿੱਲੀ ਕਮੇਟੀ ਦੇ ਨਿਜ਼ਾਮ ਨੇ ਸਕੂਲ ਕਾਲਜ ਬੰਦ ਹੋ ਰਹੇ ਨੇ ਟੀਚਰਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ PF ਦਾ ਪੈਸਾ ਨਹੀਂ ਜਮ੍ਹਾਂ ਹੋ ਰਿਹਾ ਸਟਾਫ ਦਾ ਕਰੋਨਾ ਸੈਂਟਰ ਦੇ ਵਿੱਚ ਨਕਲੀ ਡਾਕਟਰ ਨੇ ਇਹ ਕਿਸ ਤਰੀਕੇ ਦਾ ਨਿਜ਼ਾਮ ਹੈ ਇਹਨੂੰ ਸਹੀ ਕਰਨ ਵਾਸਤੇ ਬਾਦਲ ਧੜੇ ਤੋਂ ਹੀ ਵੱਖ ਹੋਏ ਸਰਦਾਰ ਮਨਜੀਤ ਸਿੰਘ ਜੀਕੇ ਨੇ ਆਪਣੀ ਪਾਰਟੀ ਬਣਾਈ ਜਾਗੋ ਪਾਰਟੀ। ਉਹਦੇ ਕੈਂਡੀਡੇਟ ਅੱਜ ਸਾਡੇ ਨਾਲ ਮੌਜੂਦ ਹੈਗੇ ਨੇ ਵਾਰਡ ਨੰਬਰ 7 ਤ੍ਰਿਨਗਰ ਤੋਂ ਬੀਬੀ ਮਨਪ੍ਰੀਤ ਕੌਰ ਜੀ ਔਰ ਖਾਸ ਗੱਲ ਇਹ ਵੀ ਹੈ ਕਿ ਮਨਜੀਤ ਸਿੰਘ ਜੀਕੇ ਨੇ ਐਤਕੀ ਬੀਬੀਆਂ ਨੂੰ ਵੀ ਮੌਕਾ ਦਿੱਤਾ ਅੱਗੇ ਵਧਣ ਦਾ ਕਿ ਸਿੱਖ ਰਾਜਨੀਤੀ ਦੇ ਵਿੱਚ ਜਿਹੜਾ ਹੈ ਬੀਬੀਆਂ ਦੀ ਵੀ ਕਾਫੀ ਅਹਿਮ ਰੋਲ ਜਿਹੜਾ ਉਹਨਾਂ ਨੇ ਅਦਾ ਕਰਵਾਇਆ ਕਿ 3-4 ਸੀਟਾਂ ਦੇ ਉੱਤੇ ਜਿਹੜਾ ਦਿੱਲੀ ਦੇ ਵਿੱਚ ਬੀਬੀਆਂ ਨੂੰ ਵੀ ਇਲੈਕਸ਼ਨ ਲੜਾਏ ਜਾ ਰਹੇ ਨੇ। ਮੈਡਮ ਜਿਸ ਤਰੀਕੇ ਨਾਲ ਅੱਜ ਨਿਜ਼ਾਮ ਬਦਹਾਲੀ ਦੇ ਵਿੱਚ ਨੇ ਇਹ ਕਿਸ ਤਰੀਕੇ ਨਾਲ ਠੀਕ ਹੋਣਗੇ? ਪਹਿਲੇ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਸਾਨੂੰ ਸੋਚਣਾ ਪੈਣਾ ਕਿਉਂਕਿ ਅੱਜ ਜਿਹੜੇ ਇਲੈਕਸ਼ਨ ਹੋ ਰਹੇ ਨੇ ਕਿਉਂਕਿ ਬੀਬੀਆਂ ਨੂੰ ਪਹਿਲੀ ਵਾਰੀ ਮੌਕਾ ਮਿਲਿਆ ਤੇ ਬੀਬੀਆਂ ਜਦੋਂ ਗਰਾਊਂਡ ਲੈਵਲ 'ਤੇ ਉਤਰਦੀਆਂ ਹੈਗੀਆਂ। ਅੱਜ ਮੈਂ ਕਿਉਂਕਿ ਵਾਰਡ ਨੰਬਰ 7 ਤੋਂ ਇਲੈਕਸ਼ਨ ਲੜਦੀ ਪਈ ਹਾਂ ਤ੍ਰਿਨਗਰ ਤੋਂ ਤੇ ਜਦੋਂ ਅੱਜ ਸੰਗਤਾਂ ਵਿੱਚ ਵਿਚਰਦੇ ਪਏ ਆ ਤੇ ਇਲੈਕਸ਼ਨਾਂ ਦਾ ਮੈਂ ਦੇਖ ਰਹੀ ਹਾਂ ਕਿ ਰੁੱਖ ਹੀ ਬਦਲਿਆ ਹੋਇਆ ਹੈ ਕਿਉਂਕਿ ਅਸੀਂ ਪੰਥਕ ਇਲੈਕਸ਼ਨ ਲੜਦੇ ਪਏ ਹਾਂ ਲੇਕਿਨ ਇੱਥੇ ਜਿਹੜੀ ਚੀਜ਼ਾਂ ਦੀ ਵਰਤੋਂ ਨਹੀਂ ਹੋਣੀ ਚਾਹੀਦੀਆਂ ਜਿਹੜੀ ਬਜਰ ਕੁਰਾਇਤਾਂ ਹੈਗੀਆਂ ਇੱਥੇ ਸ਼ਰੇਆਮ ਚੱਲਦੀਆਂ ਪਈਆਂ ਨੇ। ਤੇ ਮੈਂ ਸਮਝਦੀ ਹਾਂ ਕਿ ਗੁਰੂ ਮਹਾਰਾਜ ਨੇ ਆਪਣਾ ਸਿੱਖ ਦਾਨੀ ਬਣਾਇਆ ਸੀ ਦਸਵੰਤ ਕੱਢਣ ਵਾਲਾ ਬਣਾਇਆ ਸੀ ਲੇਕਿਨ ਮੈਂ ਕਹਾਂਗੀ ਕਿ ਜਿਹੜੇ ਇੱਥੇ ਕਾਬਜ ਇਸ ਟਾਈਮ ਪ੍ਰਧਾਨ ਮੌਜੂਦਾ ਮੈਂਬਰ ਹੈਗੇ ਨੇ ਜਾਂ ਗੁਰਮੀਤ ਸਿੰਘ ਸ਼ੰਟੀ ਦੀ ਗੱਲ ਕਰਾਂ ਉਹਨਾਂ ਦੀ ਗੱਲ ਕਰਾਂ ਜੋ 15 ਸਾਲਾਂ ਤੋਂ ਆਪਣਾ ਰੋਲਾ ਪਾ ਜਾਂਦੇ ਜੀ ਮੈਂ ਬੜੀ ਸੇਵਾ ਕਰ ਰਿਹਾ ਲੇਕਿਨ ਮੈਨੂੰ ਲੱਗਦਾ 15 ਸਾਲ ਦੀ ਸੇਵਾ ਕੀਤੀ ਹੁੰਦੀ ਤੇ ਅੱਜ ਉਹਨਾਂ ਨੂੰ ਬਜਰ ਕਰਾਤਾ ਨਹੀਂ ਕਰਨੀਆਂ ਹੁਣ ਜ਼ਰੂਰਤ ਨਹੀਂ ਸੀ ਉਸ ਦੀ ਲੇਕਿਨ ਫਿਰ ਵੀ ਉਹ ਉਸ ਚੀਜ਼ਾਂ ਨੂੰ ਵਰਤੋਂ ਕਰਦੇ ਪਏ ਨੇ। ਤੇ ਮੈਂ ਸਮਝਦੀ ਹਾਂ ਕਿ ਜੇ ਅਸੀਂ ਪੰਥਕ ਇਲੈਕਸ਼ਨ ਲੜਨੇ ਔਰ ਇਹ ਸਭ ਕੁਛ ਅਸੀਂ ਆਪ ਆਪਣੀ ਸੰਗਤ ਨੂੰ ਮੈਂ ਕਿ ਦੇਣ ਦੀ ਬਜਾਏ ਲੈਣ ਵਾਲੇ ਬਣਾਤੇ ਹੈ ਅਸੀਂ ਕਿਉਂਕਿ ਅੱਜ ਅਸੀਂ ਜਦੋਂ ਘਰਾਂ ਕਰੀ ਜਾਂਦੇ ਹਾਂ ਅੱਜ ਜਦੋਂ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਪਏ ਹਾਂ ਕਈ ਲੋਕ ਇਹੋ ਜਿਹੇ ਆ ਕਿਉਂਕਿ ਮਜਬੂਰ ਨੇ ਹੋ ਲੋਕ ਕੀ ਕਹਿੰਦੇ ਆ ਬੀਬੀ ਜੀ ਉਹਨਾਂ ਨੇ ਤਾਂ ਆ ਦਿੱਤਾ ਸੀ ਤੁਸੀਂ ਕੀ ਦੋਗੇ। ਉਦੋਂ ਦਿਲ ਬੜਾ ਦੁਖਦਾ ਹੈ। ਮੈਂ ਸਮਝਦੀ ਹਾਂ ਕਿ ਅਸੀਂ ਰੋਲਾ ਤਾਂ ਬੜਾ ਪਾਉਂਦੇ ਹਾਂ ਕਿ ਅਸੀਂ ਸੇਵਾ ਕਰਦੇ ਹਾਂ ਇੱਕ ਕੈਂਡੀਡੇਟ ਦੀ ਜਿਹੜੀ ਜ਼ਿੰਮੇਵਾਰੀ ਹੈਗੀ ਹੈ ਕਿਉਂਕਿ ਪੰਥਕ ਇਲੈਕਸ਼ਨ ਹੈਗੀ ਆ ਅਤੇ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਅਸੀਂ ਆਪਣੇ ਪੰਥ ਦੇ ਵਾਸਤੇ ਜਿਹੜਾ ਅਸੀਂ ਪ੍ਰਚਾਰ ਪ੍ਰਸਾਰ ਅੱਛਾ ਕਰੀਏ ਜਿਹੜੀਆਂ ਸਾਡੇ ਬੱਚੇ ਹੈਗੇ ਉਹਨਾਂ ਦੀ ਸਿੱਖਿਆ ਦਾ ਜਿਹੜਾ ਹੈਗਾ ਉਹ ਅਸੀਂ ਅੱਛਾ ਕਰੀਏ ਜਿਹੜੇ ਸਾਡੇ ਭੈਣ ਭਰਾਵਾਂ ਨੂੰ ਰੋਜ਼ਗਾਰ ਦੀ ਪ੍ਰੋਬਲਮ ਹੈਗੀ ਉਹਨਾਂ ਵਾਸਤੇ ਰੋਜ਼ਗਾਰ ਇਹੋ ਜਿਹੇ ਲਿਆਈਏ ਜਿਹੜਾ ਉਹਨਾਂ ਦੇ ਆਪਣੇ ਕਦੀ ਕਿਸੇ ਦੇ ਅੱਗੇ ਹੱਥ ਨਾ ਡਾਉਣਾ ਪਵੇ। ਲੇਕਿਨ ਮੈਂ ਸਮਝਦੀ ਹਾਂ ਕਿ ਜਿਹੜੇ ਮੇਰੇ ਵੀਰ ਇੱਥੇ ਖਲੋਤੇ ਹੋਏ ਨੇ ਗੁਰਮੀਤ ਸਿੰਘ ਸ਼ੰਟੀ ਹੋਏ ਚਾਹੇ ਕਰਮ ਸਰ ਹੋਣ ਇਹ ਲੋਕ ਮੈਂ ਕਿ ਇੱਥੇ ਜਿਹੜੇ ਜਿਸ ਚੀਜ਼ ਦੇ ਨਾਲ ਆਪਣਾ ਪ੍ਰਸਾਰ ਕਰ ਰਹੇ ਮੈਨੂੰ ਲੱਗਦਾ ਹੈ ਕਿ ਸੰਗਤ ਨੂੰ ਸੋਚਣਾ ਪਏਗਾ ਕਿ ਜੇ ਤਾਂ ਤੁਹਾਡਾ ਇਹਨਾਂ ਚੀਜ਼ਾਂ ਦੇ ਨਾਲ ਸਰ ਜਾਂਦਾ ਹੈ ਅਤੇ ਇਹ ਤੁਹਾਡੇ ਆਪਣੇ ਮੁਫਾਦ ਹੋਣਗੇ ਲੇਕਿਨ ਜੇ ਤੁਸੀਂ ਗੁਰੂ ਗ੍ਰੰਥ ਔਰ ਪੰਥ ਦੀ ਗੱਲ ਕਰਦੇ ਹੋ ਤਾਂ ਫਿਰ ਇਨ ਸਾਰੀ ਚੀਜ਼ਾਂ ਤੋਂ ਉੱਠ ਕੇ ਤੁਹਾਨੂੰ ਵੋਟਿੰਗ ਕਰਨੀ ਪਏਗੀ। ਮਨਜਿੰਦਰ ਸਿੰਘ ਸਿਰਸਾ ਬਾਰੇ ਕੀ ਰਾਏ ਹੈ? ਪਹਿਲਾ ਪ੍ਰਧਾਨ ਦੇਖਣ ਨੂੰ ਮਿਲ ਰਿਹਾ ਕਿ ਜਿਹਦੇ ਖਿਲਾਫ ਲੁੱਕ-ਆਊਟ ਨੋਟਿਸ ਜਾਰੀ ਹੋ ਗਿਆ ਵੇ। ਕੋਰਟ ਨੇ ਵੀ ਮੰਨ ਲਿਆ ਕਿ ਭ੍ਰਿਸ਼ਟਾਚਾਰ ਹੋਇਆ ਦਿੱਲੀ ਕਮੇਟੀ ਦੇ ਵਿੱਚ। ਜੀ ਉਹਨਾਂ ਦੇ ਬਾਰੇ ਦੇਖੋ ਜੀ ਸਾਰੀ ਸੰਗਤ ਦਾ ਜੋ ਇਰਾਦਾ ਹੈਗਾ ਉਹੀ ਮੇਰਾ ਹੈਗਾ ਕਿ ਮੈਂ ਸਮਝਦੀ ਹਾਂ ਕਿ ਇੱਕ ਮਨਜੀਤ ਸਿੰਘ ਜੀਕੇ ਜਿਹੜੇ ਅਸੀਂ ਇਹੀ ਕਹਾਂਗੇ ਜਾਗਦੇ ਜ਼ਮੀਰ ਦੇ ਬੰਦੇ ਨੇ ਕਿਉਂਕਿ ਜਦੋਂ ਉਹਨਾਂ 'ਤੇ ਸਿਰਫ ਇਲਜ਼ਾਮ ਲੱਗਦੇ ਨੇ ਹਜੇ ਉਹਨਾਂ 'ਤੇ FRI ਵੀ ਨਹੀਂ ਹੁੰਦੀ ਤਦ ਵੀ ਉਹ ਆਪਣਾ ਅਸਤੀਫਾ ਦੇ ਕੇ ਨਿਸ਼ਪਕਸ਼ ਛੱਡ ਕੇ ਆਉਂਦੇ ਆ ਕਿ ਮੇਰੇ 'ਤੇ ਜਿਹੜੀ ਵੀ ਤੁਸੀਂ ਲਗਾਏ ਇਲਜ਼ਾਮ ਉਹਨਾਂ ਦੀ ਤੁਸੀਂ ਕਾਰਵਾਈ ਕਰੋ। ਲੇਕਿਨ ਮੈਂ ਸਮਝ ਨਹੀਂ ਪਾ ਰਹੀ ਹੈਗੀ ਜੇ ਮਨਜਿੰਦਰ ਸਿੰਘ ਸਿਰਸਾ 'ਤੇ 3-3 4-4 FRIਆਂ ਹੋ ਜਾਂਦੀਆਂ ਨੇ ਉਹਦੇ ਬਾਅਦ ਉਹਨਾਂ ਨੂੰ ਕੋਰਟ ਵੱਲੋਂ ਮੈਂ ਕਿ ਉਹਨਾਂ ਦਾ ਪਾਸਪੋਰਟ ਜ਼ਬਤ ਕਰ ਲਿੱਤਾ ਜਾਂਦਾ ਲੇਕਿਨ ਉਹਦੇ ਬਾਅਦ ਵੀ ਪਤਾ ਨਹੀਂ ਕਿਸ ਬੇਸ਼ਰਮੀ ਦੀ ਹੱਦ ਕਵਾਂਗੀ ਉਹਨਾਂ ਦੀ ਕਿ ਹਜੇ ਤੱਕ ਉਹ ਮੈਂ ਕਿ ਇਸ ਫੈਸਲੇ ਨੂੰ ਨਹੀਂ ਲੈ ਪਾਏ ਕਿ ਮੈਂ ਵੀ ਇਸਤੀਫਾ ਦੇ ਕੇ ਬਾਹਰ ਆਵਾਂ ਔਰ ਸੰਗਤਾਂ ਦੇ ਅੱਗੇ ਹੱਥ ਜੋੜਾਂ ਕਿ ਜੀ ਮੈਂ ਇਸਤੀਫਾ ਦਿੱਤਾ ਮੇਰੇ ਵੱਲੋਂ ਵੀ ਨਿਸ਼ਪਕਸ਼ ਆਪਣੀ ਮੈਂ ਕਿ ਇੱਥੇ ਕਾਰਵਾਈ ਹੋਣੀ ਚਾਹੀਦੀ ਲੇਕਿਨ ਜਿਨ੍ਹਾਂ ਨੇ ਗੋਲਕ ਦੀ ਲੁੱਟ ਖੋਹ ਕੀਤੀ ਹੈਗੀ ਆ ਉਹ ਕਿੱਦਾਂ ਇਸ ਚੀਜ਼ ਨੂੰ ਕਰ ਸਕਦੇ ਆ। ਅਤੇ ਮੈਂ ਸਮਝਦੀ ਉਹਨਾਂ ਦਾ ਜ਼ਮੀਰ ਮਰਿਆ ਹੋਇਆ ਔਰ ਉਹ ਕਦੀ ਵੀ ਗੁਰਦੁਆਰੇ ਦੇ ਭਲੇ ਵਾਸਤੇ ਕੰਮ ਨਹੀਂ ਕਰ ਸਕਦੇ ਹੈਗੇ। ਗੱਲ ਕਰੀਏ ਕੁਝ ਦਿਨ ਪਹਿਲਾਂ ਜਿਹੜਾ ਤੁਹਾਡੇ ਨਾਲ ਵੀ ਕਾਫੀ ਬਸ ਲੁਕੀ ਹੋਈ ਸੀ ਫਿਰ ਮੀਡੀਆ ਦੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਅੱਜ ਕੱਲ੍ਹ ਜੀ ਉਹ ਕੀ ਵਾਕਾ ਸੀਗਾ ਕਿ ਇਸ ਤਰੀਕੇ ਦੀਆਂ ਘਟਨਾਵਾਂ ਹੋਣੀਆਂ ਜਾਇਜ਼ ਨੇ?
ਮੈਂ ਇਹ ਸਮਝਦੀ ਹਾਂ ਕਿ ਜੇ ਅਸੀਂ ਸਾਡੇ ਤੋਂ ਕੋਈ ਭੁੱਲ ਹੋ ਜਾਂਦੀ ਹੈ ਔਰ ਅਸੀਂ ਬਹੁਤ ਦੇਖੋ ਸਾਡੀ ਦਿੱਲੀ ਸਿੱਖ ਪ੍ਰਬੰਧਕ ਕਮੇਟੀ ਬੜੀ ਮਾਨਯੋਗ ਹੈ ਸਾਡੇ ਲਈ, ਔਰ ਉੱਥੇ ਜਿਹੜੇ ਸਾਡੇ ਬੈਠੇ ਕਾਬਜ਼ ਜਿਹੜੇ ਇਸ ਟਾਈਮ ਬੈਠੇ ਨੇ ਉਹਨਾਂ ਦੀ ਇੱਕ ਡਿਊਟੀ ਬਣ ਜਾਂਦੀ ਹੈ ਸਾਰਿਆਂ ਨੂੰ ਇੱਕ ਹਿੱਤ ਦੀ ਗੱਲ ਕਰਨ ਦੀ। ਅਤੇ ਜੇ ਸੰਗਤ ਦੇ ਰੂਪ ਵਿੱਚ ਅਸੀਂ ਕਿਸੇ ਤੋਂ ਸਵਾਲ ਕਰਨ ਜਾਂਦੇ ਹਾਂ, ਮੈਂ ਸਮਝਦੀ ਸ਼ਾਇਦ ਉਹ ਸਮੇਂ ਮੈਂ ਕਿ ਉਸ ਵੇਲੇ ਇੱਕ ਕਾਨਫਰੰਸ ਚੱਲਦੀ ਪਈ ਸੀ ਔਰ ਜਿਸ ਚੀਜ਼ ਦਾ ਮੈਨੂੰ ਨਹੀਂ ਪਤਾ ਸੀ ਕਿ ਕਾਨਫਰੰਸ, ਮੈਂ ਉੱਥੇ ਜਾ ਕੇ ਇੱਕ ਫਤਿਹ ਬੁਲਾਉਂਦੀ, ਫਤਿਹ ਦਾ ਜਵਾਬ ਤਾਂ ਦਿੱਤਾ ਨਹੀਂ ਜਾਂਦਾ। ਮੈਨੂੰ ਕਿਹਾ ਜਾਂਦਾ ਕਿ ਬੀਬੀ ਜੀ ਕਾਨਫਰੰਸ ਚੱਲ ਰਹੀ, ਸਾਈਡ 'ਤੇ ਖੜੇ ਹੋ ਜਾਓ। ਬੀਬੀ ਜੀ ਆਪ ਜੀ ਸਭ ਇਸ ਚੀਜ਼ ਦੇ ਗਵਾਓ ਕਿ ਮੈਂ ਸਾਈਡ 'ਤੇ ਖੜੀ ਹੋ ਜਾਂਦੀ ਹਾਂ, ਕਿਉਂਕਿ ਮੈਂ ਉੱਥੇ ਕੋਈ ਲੜਾਈ ਕਰਨ ਜਾਂ ਮੈਂ ਕੁਛ ਬਹਿਸਬਾਜ਼ੀ ਕਰਨ ਜਾਂ ਮੈਂ ਕਿਸੇ ਦੀ ਕਾਨਫਰੰਸ ਖਰਾਬ ਕਰਨ ਨਹੀਂ ਗਈ ਸੀ। ਮੈਂ ਆਪਣੀ ਗੁਰੂ ਦੀ ਗੱਲ ਕਰਨ ਗਈ ਸੀ, ਮੈਂ ਪੁੱਛਣ ਗਈ ਸੀ ਕਿ ਗੁਰੂ ਘਰ ਦੀ ਮਰਿਆਦਾ ਕਦੋਂ ਤੱਕ ਉਲੰਘਣ ਕੀਤੇ ਜਾਣਗੇ, ਕਦੋਂ ਤੱਕ ਕੈਮਰਿਆਂ 'ਤੇ ਬਹਿ ਕੇ ਮਾਫੀਆਂ ਮੰਗੀਆਂ ਜਾਣਗੀਆਂ। ਅਤੇ ਜਿਸ ਦੇ ਵਿੱਚ ਆਪ ਸਭ ਜਾਣਦੇ ਹੋ ਕਿ ਉੱਥੇ ਹਰਮੀਤ ਕਾਲਕਾ ਜੀ ਮੌਜੂਦ ਸਨ, ਜਿਹੜੇ ਕਹਿੰਦੇ ਮੈਂ ਮੌਜੂਦ ਨਹੀਂ ਸੀ ਅਤੇ ਕਹਿੰਦੇ ਮੈਂ ਆਪਣੇ ਪਿਛਲੇ ਕਮਰੇ ਵਿੱਚ ਚਲਾ ਗਿਆ ਵਾਂ। ਹੁਣ ਪਿਛਲੇ ਕਮਰੇ ਵਿੱਚ ਜਾਣ ਕਰਕੇ ਕੀ ਤੁਹਾਨੂੰ 70 ਬੰਦਿਆਂ ਦਾ ਰੌਲਾ ਨਹੀਂ ਸੁਣਾਈ ਦਿੱਤਾ? ਅਸੀਂ 5 ਬੀਬੀਆਂ ਸੀ, ਤੁਹਾਡੇ 70 ਬੰਦਿਆਂ ਨੇ ਉਹ ਸ਼ਬਦਵਾਲੀ ਯੂਜ਼ ਕੀਤੀ ਜਿਹੜੀ ਮੈਂ ਸਮਝਦੀ ਹਾਂ ਕਿ ਬਹੁਤ ਹੀ ਮਨਭਾਗੀ ਘਟਨਾ ਸੀ। ਲੇਕਿਨ ਮੈਂ ਫਿਰ ਵੀ ਆਪਣਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦੀ ਹਾਂ। 10 ਦਿਨ ਮੈਨੂੰ ਉੱਥੇ ਸੇਵਾ ਬਾਬਾ ਜੀ ਨੇ ਲਾਈ, ਮੈਂ ਉੱਥੇ ਬੈਠੀ ਹਾਂ ਬੀਬੀਆਂ ਦੀ ਹੱਕ ਔਰ ਸੱਚ ਦੀ ਲੜਾਈ ਕਰਨ ਵਾਸਤੇ। ਲੇਕਿਨ ਸ਼ੁਕਰਾਨਾ ਕਰਦੀ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦੀ ਹਾਂ ਕਿ ਹਰਮੀਤ ਕਾਲਕਾ ਜੀ ਨੂੰ ਸਮਤ ਬਖਸ਼ੀ ਔਰ ਉਹ ਆਂਦੇ ਹੈਗੇ ਆ, ਕਹਿੰਦੇ ਬੀਬੀ ਜੀ ਮੇਰੀ ਕੋਈ ਫੋਟੋ ਨਾ ਖਿੱਚਣਾ ਹੈਗਾ, ਨਾ ਅਸੀਂ ਮੇਰੀ ਫੋਟੋ ਵਗੈਰਾ ਨਹੀਂ ਕਰਨੀ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆਪਣੀ ਅਰਦਾਸ ਕਰਕੇ ਜੋ ਵੀ ਸਾਡੇ 'ਚ ਮਤਭੇਦ ਹੋਇਆ ਅਸੀਂ ਉਹਦੇ ਵਾਸਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰ ਲੈਂਦੇ ਹਾਂ। ਅਤੇ ਮੈਂ ਸਮਝਦੀ ਹਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਸਮਸਤਕ ਹੋ ਜਾਂਦਾ ਉਹਨੂੰ ਹੋਰ ਕਿਤੇ ਮੈਂ ਨਸਮਸਤਕ ਕਿੱਥੇ ਕਰਵਾਉਣਾ। ਅਤੇ ਇਸ ਕਰਕੇ ਉਸ ਚੀਜ਼ ਨੂੰ ਮੈਂ ਇਸ ਤਰੀਕੇ ਖਤਮ ਕੀਤਾ। ਇਲਾਕੇ ਦੀ ਸੰਗਤ ਨੂੰ ਕੀ ਅਪੀਲ ਕਰੋਗੇ, ਕਿਉਂਕਿ ਨਿਜ਼ਾਮ ਤੁਹਾਨੂੰ ਪਤਾ ਜੀ ਬਦਹਾਲੀ ਦੇ ਵਿੱਚ ਹੈ, ਬਹੁਤ ਬੁਰਾ ਹਾਲ ਹੈ ਦਿੱਲੀ ਕਮੇਟੀ ਦੇ ਵਿੱਚ, ਇਹ ਸਭ ਸਹੀ ਕਰਨ ਵਾਸਤੇ ਫਿਰ ਸੰਗਤ ਨੂੰ ਕੀ ਅਪੀਲ ਕਰੋਗੇ? ਮੈਂ ਸਾਧ ਸੰਗਤ ਨੂੰ ਇੱਕ ਅਪੀਲ ਕਰਾਂਗੀ ਕਿ ਤੁਹਾਡੀ ਵੋਟ ਬਹੁਤ ਕੀਮਤੀ ਹੈਗੀ ਹੈ। ਤੁਸੀਂ ਆਉਣ ਵਾਲੇ ਬੱਚਿਆਂ ਦਾ ਭਵਿੱਖ ਤੈਅ ਤੁਸੀਂ ਕਰਨਾ ਇਸ ਇਲੈਕਸ਼ਨਾਂ ਦੇ ਵਿੱਚ, ਅਤੇ ਆਪਣੀ ਵੋਟ ਨੂੰ ਵੇਚਿਓ ਨਾ। ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਵੋਟ ਕਿਸੇ ਨੂੰ ਵੀ ਪਾਇਓ ਜੋ ਆਪ ਜੀ ਨੂੰ ਲੱਗਦਾ ਕਿ ਆਪਦੇ ਇਲਾਕੇ ਤੋਂ ਗੁਰੂ ਘਰ ਦੀ ਔਰ ਗੁਰੂ ਘਰ ਦੇ ਪੰਥ ਸੇਵਾ ਸਿੱਖਾਂ ਦੀ ਸੇਵਾ ਕਰ ਸਕਦਾ। ਇਸ ਵਾਰੀ ਉਹਨੂੰ ਵੋਟ ਦੇ ਕੇ ਆਪਣੇ ਇਲਾਕੇ ਤੋਂ ਇਹੋ ਜਿਹਾ ਬੰਦਾ ਲਿਆਓ ਜਿਹੜਾ ਗੁਰੂ ਗ੍ਰੰਥ ਔਰ ਪੰਥ ਦੀ ਸੇਵਾ ਕਰ ਸਕੇ। ਆਪਣੀ ਵੋਟ ਨੂੰ ਵੇਚਣ ਤੋਂ ਗੁਰੇਜ਼ ਕਰਿਓ, ਕਿਉਂਕਿ ਵੋਟ ਵੇਚੋਗੇ ਤਾਂ ਤੁਸੀਂ ਗੁਰੂ ਤੋਂ ਗੱਦਾਰੀ ਕਰੋਗੇ। ਫਿਰ ਵੀ ਮੈਂ ਕੋਈ ਮਾੜੀ ਚੰਗੀ ਗੱਲ ਕੀਤੀ ਹੋਏ ਤਾਂ ਮੈਂ ਸ਼ਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਗੱਲਬਾਤ ਕਰਨ ਲਈ। ਸੋ ਇਹ ਸਨ ਵਾਰਡ ਨੰਬਰ 70 ਨਗਰ ਤੋਂ ਮਨਪ੍ਰੀਤ ਕੌਰ ਜੀ, ਜਿਹੜੇ ਜਾਗੋ ਪਾਰਟੀ ਦੇ ਉਮੀਦਵਾਰ ਨੇ। ਸੰਗਤ ਨੂੰ ਇਹਨਾਂ ਨੇ ਇਹੀ ਅਪੀਲ ਕੀਤੀ ਹੈ ਕਿ ਸਹੀ ਪ੍ਰਬੰਧਕਾਂ ਨੂੰ ਚੁਣ ਕੇ ਜਿਹੜਾ ਲਿਆਓ ਤਾਂ ਕਿ ਨਿਜ਼ਾਮ ਜਿਹੜੇ ਅੱਜ ਬਦਹਾਲੀ ਵਿੱਚ ਨੇ ਉਹ ਕਿਤੇ ਨਾ ਕਿਤੇ ਸਹੀ ਹੋ ਸਕਣ। ਕੈਮਰਾ ਪਰਸਨ ਕਰਨਜੀਤ ਸਿੰਘ ਦੇ ਨਾਲ ਦਵਿੰਦਰ ਸਿੰਘ, ਗਲੋਬਲ ਪੰਜਾਬ ਟੀਵੀ, ਦਿੱਲੀ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।